ਪਿਆਰੇ ਬੱਚਿਓ, ਆਪ ਜੀ ਦਾ ਇਸ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ 11ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਦਰਜ ਕਹਾਣੀ ਪੜ੍ਹਾਂਗੇ, ਪ੍ਰਹਲਾਦ ਭਗਤ। ਪ੍ਰਹਲਾਦ ਭਗਤ ਕਹਾਣੀ ਬੇਟੇ ਪੇਪਰ ਦੇ ਵਿੱਚ ਤੁਹਾਨੂੰ ਇਸ ਦਾ ਸਾਰ ਆਏਗਾ, ਇਸ ਲਈ ਇਸ ਕਹਾਣੀ ਨੂੰ ਜ਼ਰਾ ਧਿਆਨ ਨਾਲ ਸੁਣਨਾ। ਇਹ ਇੱਕ ਮਿੱਥ ਕਥਾ ਹੈ। ਹਰਨਾਕਸ਼ ਅਤੇ ਪਰਨਾਕਸ਼ ਨਾਂ ਦੇ ਦੋ ਭਰਾ ਬੈਕੁੰਠ ਵਿੱਚ ਰਹਿੰਦੇ ਸਨ। ਦੇਵਤਿਆਂ ਦੇ ਸ਼ਰਾਪ ਕਾਰਨ ਇਹਨਾਂ ਨੂੰ ਬੈਕੁੰਠ ਵਿੱਚੋਂ ਨਿਕਲਣਾ ਪੈ ਗਿਆ। ਹਰਨਾਕਸ਼ ਧਰਤੀ ਉੱਤੇ ਆ ਕੇ ਰਾਜ ਕਰਨ ਲੱਗ ਪਰ ਪਰਨਾਕਸ਼ ਦੀ ਅਚਾਨਕ ਮੌਤ ਹੋ ਗਈ। ਹਰਨਾਕਸ਼ ਭਾਵੇਂ ਬਲਵਾਨ ਸੀ, ਪਰ ਉਹ ਮੌਤ ਤੋਂ ਬਹੁਤ ਡਰਦਾ ਸੀ। ਮੌਤ ਉੱਤੇ ਕਾਬੂ ਪਾਉਣ ਲਈ ਉਸਨੇ ਆਪਣਾ ਰਾਜ ਪਾਟ ਛੱਡ ਕੇ ਹਿਮਾਲਿਆ ਪਰਬਤ 'ਤੇ ਜਾ ਕੇ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਤਪੱਸਿਆ ਤੋਂ ਪ੍ਰਭਾਵਿਤ ਹੋ ਕੇ ਪਰਮਾਤਮਾ ਉਸ ਦੇ ਸਾਹਮਣੇ ਪ੍ਰਗਟ ਹੋਏ। ਹਰਨਾਕਸ਼ ਨੇ ਉਸ ਤੋਂ ਹੇਠ ਲਿਖਿਆ ਵਰ ਮੰਗਿਆ, ਮੈਂ ਨਾ ਦਿਨ ਨੂੰ ਮਰਾਂ ਨਾ ਰਾਤ ਨੂੰ ਮਰਾਂ, ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਮੈਂ ਨਾ ਧਰਤੀ ਉੱਤੇ ਮਰਾਂ ਨਾ ਆਕਾਸ਼ 'ਤੇ ਮਰਾਂ, ਮੈਂ ਨਾ ਬਿਮਾਰੀ ਨਾਲ ਮਰਾਂ ਨਾ ਹਥਿਆਰ ਨਾਲ ਮਰਾਂ, ਮੈਂ ਨਾ ਮਨੁੱਖ ਤੋਂ ਮਰਾਂ ਨਾ ਪਸ਼ੂ ਤੋਂ ਮਰਾਂ। ਪਰਮਾਤਮਾ ਨੇ ਇਹ ਵਰ ਉਸ ਨੂੰ ਦੇ ਦਿੱਤੇ ਤੇ ਉਹ ਬੜਾ ਖੁਸ਼ ਹੋਇਆ ਕਿ ਮੈਂ ਤਾਂ ਸਾਰਾ ਸਮਾਂ ਬੰਨ ਲਿਆ ਹੈ, ਹੁਣ ਮੈਂ ਬੇਖੌਫ ਹੋ ਕੇ ਰਾਜ ਕਰ ਸਕਦਾ ਹਾਂ। ਉਸਨੇ ਮੁੜ ਆਪਣੇ ਰਾਜ ਵਿੱਚ ਆ ਕੇ ਰਾਜ ਕਰਨਾ ਸ਼ੁਰੂ ਕਰ ਦਿੱਤਾ, ਪਰ ਉਹ ਬੇਟਾ ਹੰਕਾਰੀ ਹੋ ਗਿਆ। ਹੰਕਾਰ ਦੇ ਕਾਰਨ ਉਸਨੇ ਬਹੁਤ ਸਾਰੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਉਸਨੇ ਆਪਣੇ ਆਪ ਨੂੰ ਹੀ ਪਰਮਾਤਮਾ ਦਾ ਨਾਮ ਘੋਸ਼ਿਤ ਕਰ ਦਿੱਤਾ ਕਿ ਇਸ ਸੰਸਾਰ 'ਤੇ ਮੈਂ ਹੀ ਪਰਮਾਤਮਾ ਹਾਂ। ਕੁਝ ਸਮੇਂ ਪਿੱਛੋਂ ਹਰਨਾਕਸ਼ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਪ੍ਰਹਲਾਦ ਰੱਖਿਆ ਗਿਆ। ਵੱਡਾ ਹੋਣ 'ਤੇ ਉਸ ਨੂੰ ਪਾਠਸ਼ਾਲਾ ਪੜ੍ਹਨ ਲਈ ਭੇਜਿਆ ਗਿਆ। ਪਾਂਧੇ ਨੇ ਪ੍ਰਹਲਾਦ ਨੂੰ ਹਰਨਾਕਸ਼ ਦਾ ਨਾਮ ਜਪਣ ਲਈ ਕਿਹਾ, ਪਰ ਉਸਨੇ ਕਿਹਾ ਕਿ ਮੈਂ ਤਾਂ ਪਰਮਾਤਮਾ ਦਾ ਨਾਮ ਹੀ ਜਪਣਾ ਹੈ। ਪਰਮਾਤਮਾ ਨੂੰ ਹਰਨਾਕਸ਼ ਨਾਲੋਂ ਵੱਡਾ ਸਮਝਣਾ ਉਸ ਵਾਸਤੇ ਬਹੁਤ ਮੁਸ਼ਕਿਲ ਸੀ। ਪਾਂਧੇ ਨੇ ਹਰਨਾਕਸ਼ ਕੋਲ ਸ਼ਿਕਾਇਤ ਕੀਤੀ ਕਿ ਪ੍ਰਹਲਾਦ ਉਸ ਨੂੰ ਪਰਮਾਤਮਾ ਮੰਨਣ ਤੋਂ ਇਨਕਾਰ ਕਰਦਾ ਹੈ। ਹਰਨਾਕਸ਼ ਨੇ ਪ੍ਰਹਲਾਦ ਨੂੰ ਸੱਦ ਕੇ ਉਸ ਨੂੰ ਪੁੱਛਿਆ ਕਿ ਉਸ ਦਾ ਨਾਂ ਜਪਣ ਦੀ ਥਾਂ ਪਰਮਾਤਮਾ ਦਾ ਨਾਮ ਕਿਉਂ ਜਪ ਰਿਹਾ ਹੈ। ਪ੍ਰਹਲਾਦ ਨੇ ਉੱਤਰ ਦਿੱਤਾ, ਪਰਮਾਤਮਾ ਸਰਵ ਸ਼ਕਤੀਮਾਨ ਹੈ, ਉਸ ਨੇ ਹੀ ਸਾਰੀ ਕੁਦਰਤ ਨੂੰ ਰਚਿਆ ਹੈ। ਇਹ ਸੁਣ ਕੇ ਹਰਨਾਕਸ਼ ਗੁੱਸੇ ਵਿੱਚ ਆ ਗਿਆ। ਉਸ ਨੂੰ ਡਰ ਪੈ ਗਿਆ ਕਿ ਕਿਤੇ ਹੋਰ ਲੋਕ ਵੀ ਬਾਗੀ ਨਾ ਹੋ ਜਾਣ। ਉਸਨੇ ਕੜਕ ਕੇ ਕਿਹਾ, ਸਭ ਤੋਂ ਵੱਧ ਸ਼ਕਤੀਸ਼ਾਲੀ ਮੈਂ ਹਾਂ, ਮੈਨੂੰ ਕੋਈ ਮਾਰ ਨਹੀਂ ਸਕਦਾ, ਮੈਂ ਤੈਨੂੰ ਹੁਣੇ ਮਾਰ ਕੇ ਸੁੱਟ ਸਕਦਾ ਹਾਂ। ਉਸ ਦੀ ਆਵਾਜ਼ ਸੁਣ ਕੇ ਪ੍ਰਹਲਾਦ ਦੀ ਮਾਂ ਉੱਥੇ ਆਈ। ਉਸਨੇ ਹਰਨਾਕਸ਼ ਅੱਗੇ ਤਰਲਾ ਕੀਤਾ ਕਿ ਪ੍ਰਹਲਾਦ ਨੂੰ ਨਾ ਮਾਰੇ। ਉਸਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ। ਉਸਨੇ ਪ੍ਰਹਲਾਦ ਨੂੰ ਉਸ ਦੇ ਪਿਤਾ ਦੀ ਸ਼ਕਤੀ ਤੋਂ ਪ੍ਰਾਪਤ ਕੀਤੇ ਵਰਾਂ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਉਸ ਨੂੰ ਹੀ ਮੰਨਣਾ ਸ਼ੁਰੂ ਕਰ ਦੇਵੇ। ਪਰ ਪ੍ਰਹਲਾਦ ਨੇ ਉਸ ਨੂੰ ਉੱਤਰ ਦਿੱਤਾ ਕਿ ਸਭ ਤੋਂ ਸ਼ਕਤੀਸ਼ਾਲੀ ਭਗਵਾਨ ਹੈ, ਪਰਮਾਤਮਾ ਹੈ, ਜਿਸ ਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ, ਕਿਉਂਕਿ ਉਸੇ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਹੈ। ਪਿਤਾ ਜੀ ਨੂੰ ਵੀ ਉਸ ਨੂੰ ਹੀ ਮੰਨਣਾ ਚਾਹੀਦਾ ਹੈ, ਕਿਉਂਕਿ ਪਿਤਾ ਜੀ ਨੂੰ ਵੀ ਉਸਨੇ ਹੀ ਬਣਾਇਆ ਹੈ। ਪ੍ਰਹਲਾਦ ਦਾ ਉੱਤਰ ਸੁਣ ਕੇ ਉਸ ਦੀ ਮਾਂ ਬੇਹੋਸ਼ ਹੋ ਗਈ, ਬੇਵੱਸ ਹੋ ਗਈ। ਪ੍ਰਹਲਾਦ ਨੂੰ ਆਪਣੇ ਵਿਸ਼ਵਾਸ ਵਿੱਚ ਦ੍ਰਿੜ ਵੇਖ ਕੇ ਹਰਨਾਕਸ਼ ਨੂੰ ਹੋਰ ਗੁੱਸਾ ਆ ਗਿਆ। ਉਸਨੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਸਮੁੰਦਰ ਵਿੱਚ ਡੋਬ ਕੇ ਮਾਰ ਦਿਓ। ਪ੍ਰਹਲਾਦ ਨੂੰ ਸਮੁੰਦਰ ਵਿੱਚ ਸੁੱਟਣ ਲਈ ਲਿਜਾਇਆ ਗਿਆ, ਪਰ ਸਮੁੰਦਰ ਨੇ ਲਹਿਰਾਂ ਦੇ ਨਾਲ ਉਸ ਨੂੰ ਬਾਹਰ ਕਿਨਾਰੇ 'ਤੇ ਸੁੱਟ ਦਿੱਤਾ। ਜਲਾਦਾਂ ਨੇ ਪ੍ਰਹਲਾਦ ਨੂੰ ਮੁੜ ਸੁੱਟਿਆ ਤਾਂ ਲਹਿਰਾਂ ਨੇ ਫਿਰ ਉਸ ਨੂੰ ਬਾਹਰ ਸੁੱਟ ਦਿੱਤਾ। ਜਲਾਦਾਂ ਨੇ ਆ ਕੇ ਸਾਰੀ ਗੱਲ ਹਰਨਾਕਸ਼ ਨੂੰ ਦੱਸੀ। ਹਰਨਾਕਸ਼ ਨੇ ਉਸ ਨੂੰ ਕਿਹਾ ਕਿ ਇਸ ਨੂੰ ਪਰਬਤ ਤੋਂ ਸੁੱਟ ਦਿਓ। ਉਸ ਨੂੰ ਪਰਬਤ ਤੋਂ ਥੱਲੇ ਸੁੱਟਿਆ ਗਿਆ ਤੇ ਉਹ ਇੱਕ ਘਣੇ ਜੰਗਲ ਵਿੱਚ ਦਰਖਤਾਂ ਦੇ ਉੱਪਰ ਗਿਰ ਗਿਆ। ਫਿਰ ਹਰਨਾਕਸ਼ ਨੇ ਪ੍ਰਹਲਾਦ ਨੂੰ ਇੱਕ ਪਾਗਲ ਹਾਥੀ ਅੱਗੇ ਸੁੱਟਵਾਇਆ, ਪਰ ਉਸ ਹਾਥੀ ਨੇ ਵੀ ਉਸ ਨੂੰ ਕੁਝ ਨਾ ਕਿਹਾ। ਹਰਨਾਕਸ਼ ਦੀ ਇੱਕ ਭੈਣ ਸੀ, ਜਿਸ ਨੂੰ ਇਹ ਵਰ ਸੀ ਕਿ ਉਹ ਅੱਗ ਵਿੱਚ ਸੜ ਨਹੀਂ ਸਕਦੀ। ਹਰਨਾਕਸ਼ ਨਾਲ ਸਲਾਹ ਕਰਕੇ ਉਹ ਪ੍ਰਹਲਾਦ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਅੱਗ ਵਿੱਚ ਬੈਠ ਗਈ, ਪਰ ਹੋਇਆ ਕਿ ਅੱਗ ਨੇ ਉਸੇ ਨੂੰ ਸਾੜ ਦਿੱਤਾ। ਪ੍ਰਹਲਾਦ ਫਿਰ ਬਚ ਗਿਆ।
ਹੁਣ ਹਰਨਾਕਸ਼ ਗੁੱਸੇ ਨਾਲ ਪਾਗਲ ਹੋ ਗਿਆ। ਉਸਨੇ ਇੱਕ ਲੋਹੇ ਦੇ ਥੰਮ ਨੂੰ ਗਰਮ ਕਰਵਾਇਆ। ਉਸਨੇ ਅੱਗ ਨਾਲ ਲਾਲ ਹੋਏ ਥੰਮ ਨੂੰ ਪ੍ਰਹਲਾਦ ਨੂੰ ਕਿਹਾ ਕਿ ਇਸ ਥੰਮ ਨੂੰ ਹੱਥ ਪਾ ਲਵੇ, ਕਿਉਂਕਿ ਉਹ ਦੱਸੇ ਕਿ ਉਸਦਾ ਪਰਮਾਤਮਾ ਕਿੱਥੇ ਹੈ। ਜੇ ਉਸਦਾ ਪਰਮਾਤਮਾ ਹੈ ਤਾਂ ਉਹ ਉਸਨੂੰ ਬਚਾਉਣ ਜ਼ਰੂਰ ਆਏਗਾ। ਪ੍ਰਹਲਾਦ ਨੇ ਉੱਤਰ ਦਿੱਤਾ, ਪਰਮਾਤਮਾ ਤਾਂ ਕਣ ਕਣ ਵਿੱਚ ਹੈ। ਉਹ ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ, ਬਾਕੀ ਸਾਰੇ ਲੋਕਾਂ ਵਿੱਚ ਵੀ ਹੈ। ਹਰਨਾਕਸ਼ ਨੇ ਪੁੱਛਿਆ, ਕੀ ਪਰਮਾਤਮਾ ਇਸ ਸੜਦੇ ਥੰਮ ਵਿੱਚ ਵੀ ਹੈ? ਪ੍ਰਹਲਾਦ ਨੇ ਕਿਹਾ, ਹਾਂ, ਇਸ ਵਿੱਚ ਵੀ ਹੈ। ਤਾਂ ਉਸਨੇ ਕਿਹਾ ਕਿ ਇਸ ਥੰਮ ਨੂੰ ਤੂੰ ਜੱਫੀ ਪਾ ਲੈ। ਇਸ ਸਮੇਂ ਪ੍ਰਹਲਾਦ ਨੂੰ ਥੰਮ ਉੱਤੇ ਇੱਕ ਕੀੜੀ ਤੁਰਦੀ ਹੋਈ ਨਜ਼ਰ ਆਈ। ਪ੍ਰਹਲਾਦ ਨੇ ਨਿਡਰ ਹੋ ਕੇ ਉਸ ਗਰਮ ਥੰਮ ਨੂੰ ਜੱਫੀ ਪਾ ਲਈ, ਪਰ ਉਸ ਦਾ ਕੁਝ ਨਾ ਵਿਗੜਿਆ। ਇਹ ਦੇਖ ਕੇ ਹਰਨਾਕਸ਼ ਨੂੰ ਬਹੁਤ ਗੁੱਸਾ ਆਇਆ। ਉਸਨੇ ਅੰਨ੍ਹੇਵਾਹ ਤਲਵਾਰ ਕੱਢੀ ਅਤੇ ਪ੍ਰਹਲਾਦ ਦੇ ਉੱਤੇ ਵਾਰ ਕਰ ਦਿੱਤਾ। ਤਲਵਾਰ ਥੰਮ ਵਿੱਚ ਜਾ ਕੇ ਵੱਜੀ ਅਤੇ ਥੰਮ ਟੁੱਟ ਗਿਆ। ਥੰਮ ਵਿੱਚੋਂ ਪਰਮਾਤਮਾ ਨਰਸਿੰਘ ਦੇ ਰੂਪ ਵਿੱਚ ਆ ਪ੍ਰਗਟ ਹੋਏ। ਪਰਮਾਤਮਾ ਨੇ ਇਸ ਰੂਪ ਵਿੱਚ ਆ ਕੇ ਆਪਣਾ ਆਪ ਦਿਖਾਇਆ ਕਿ ਉਹ ਹਰ ਜਗ੍ਹਾ ਵਿਦਮਾਨ ਹੈ। ਲੇਕਿਨ ਜੋ ਬੱਚੇ ਉਸ ਥੰਮ ਦੇ ਵਿੱਚੋਂ ਪ੍ਰਗਟ ਹੋਇਆ ਉਹ ਨਰਸਿੰਘ ਨਾਮ ਸੀ ਉਸਦਾ, ਕਿਉਂਕਿ ਉਸ ਦਾ ਅੱਧਾ ਧੜ ਜਿਹੜਾ ਸੀ ਉਹ ਮਨੁੱਖ ਦਾ ਸੀ ਤੇ ਅੱਧਾ ਸ਼ੇਰ ਦਾ। ਉਹ ਹਰਨਾਕਸ਼ ਨੂੰ ਚੁੱਕ ਕੇ ਦਹਿਲੀਜ਼ ਉੱਤੇ ਬੈਠ ਗਿਆ। ਉਸ ਦਾ ਸਿਰ ਆਪਣੇ ਪੱਟਾਂ ਵਿੱਚ ਰੱਖ ਲਿਆ। ਹਰਨਾਕਸ਼ ਨੇ ਨਰਸਿੰਘ ਨੂੰ ਆਪਣੀ ਵਰ ਪ੍ਰਾਪਤੀ ਬਾਰੇ ਦੱਸਿਆ। ਨਰਸਿੰਘ ਨੇ ਕਿਹਾ ਕਿ ਉਸ ਨੂੰ ਉਸ ਦੇ ਵਰ ਦੀਆਂ ਸ਼ਰਤਾਂ ਦਾ ਪਤਾ ਹੈ। ਤੇਰੇ ਉਸ ਵਰ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕੀਤਾ ਗਿਆ ਹੈ, ਤਾਂ ਹੀ ਤੈਨੂੰ ਮਾਰਿਆ ਜਾ ਰਿਹਾ ਹੈ। ਇਹ ਕਹਿ ਕੇ ਨਰਸਿੰਘ ਨੇ ਹਰਨਾਕਸ਼ ਨੂੰ ਆਪਣੀਆਂ ਨੌਂਦਰਾਂ ਨਾਲ ਮਾਰ ਦਿੱਤਾ। ਇਸ ਸਮੇਂ ਨਾ ਦਿਨ ਸੀ ਨਾ ਰਾਤ ਸੀ, ਬਲਕਿ ਦੋਨੋਂ ਵਕਤ ਮਿਲਦੇ ਸਨ, ਸ਼ਾਮ ਦਾ ਸਮਾਂ। ਉਸ ਸਮੇਂ ਹਰਨਾਕਸ਼ ਨਾ ਅੰਦਰ ਸੀ ਨਾ ਬਾਹਰ ਸੀ, ਦਹਿਲੀਜ਼ ਦੇ ਉੱਪਰ ਸੀ। ਨਾ ਉਹ ਧਰਤੀ ਤੇ ਸੀ ਨਾ ਆਕਾਸ਼ ਤੇ ਸੀ, ਨਰਸਿੰਘ ਦੇ ਪੱਟਾਂ ਉੱਤੇ ਸੀ। ਉਹ ਨਾ ਬਿਮਾਰੀ ਨਾਲ ਮਰਿਆ ਤੇ ਨਾ ਕਿਸੇ ਹਥਿਆਰ ਨਾਲ ਮਰਿਆ, ਕਿਉਂਕਿ ਉਸ ਨੂੰ ਨੌਂਦਰਾਂ ਦੇ ਨਾਲ ਮਾਰਿਆ ਗਿਆ। ਇਸ ਤਰ੍ਹਾਂ ਉਸ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ। ਉਸ ਨੂੰ ਮਾਰਨ ਵਾਲਾ ਨਾ ਮਨੁੱਖ ਸੀ ਤੇ ਨਾ ਹੀ ਉਹ ਪੂਰਨ ਰੂਪ ਵਿੱਚ ਪਸ਼ੂ ਸੀ। ਇਸ ਤਰ੍ਹਾਂ ਬੱਚਿਓ, ਹਰਨਾਕਸ਼ ਨੂੰ ਜਿਹੜਾ ਵਰ ਮਿਲਿਆ ਸੀ, ਉਸ ਨੇ ਉਸ ਵਰ ਦਾ ਗਲਤ ਇਸਤੇਮਾਲ ਕੀਤਾ ਤੇ ਆਖਿਰ ਉਸ ਦਾ ਅੰਤ ਹੋ ਗਿਆ। ਹਰਨਾਕਸ਼ ਦੇ ਅੰਤ ਮਗਰੋਂ ਪ੍ਰਹਲਾਦ ਧਰਤੀ ਤੇ ਰਾਜ ਕਰਨ ਲੱਗਾ ਤੇ ਉਸ ਦੇ ਰਾਜ ਵਿੱਚ ਸਾਰੇ ਸੁਖੀ ਸਨ। ਧੰਨਵਾਦ ਬੱਚਿਓ।